कोई भी रोग, कोई भी दुख, कोई भी पीड़ा, बस उसका समाधान, उसका इलाज मंत्रां दे राहीं हुंदा सी। ये काल के दौर बहुत लंबे समय तक रहे और चूंकि रोग अनेका ने, अनेका तरह की पीड़ा। वाहिगुरु जी का खालसा, वाहिगुरु जी की फतेह। सतगुरु श्री गुरु ग्रंथ साहिब महाराज सच्चे पातशाही का पहला जो प्रकाश है, धन 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 श्री गुरु अर्जन देव साहब सच्चे पातशाह जी ने श्री हरमंदर साहब विखे करवाया। पर उस तो पहला गुरु नानक साहब जी तो लैके गुरु अर्जन देव साहब जी तक पोथियां दे स्वरूप दे विच श्री गुरु ग्रंथ साहिब महाराज सच्चे पातशाही दी बाणी पहुंचदी रही। अते एक समा आया जदों गुरसिखां ने आख्या सतगुरु सच्चे पातशाह जी ईस पावन बाणी जिस परथाए सतगुरु जी दे अमोलक अंमृत बचन आपां पढ़दे हां कि बाणी गुरु गुरु है बाणी विच बाणी अंमृत सारे, गुरबाणी कहे सेवक जन मानै प्रतख गुरु निस्तारे। सतगुरु श्री गुरु ग्रंथ साहिब महाराज जी का स्वरूप श्री गुरु नानक साहब जी ने शब्द का प्रचार गुरु अंगद देव साहब सच्चे पातशाही दे जीवन दे विच सेवा संजम, गुरु अमरदास साहब सच्चे पातशाही दे जीवन दे विच अथाह जो उन्होंने सेवा ते घालना कमाई, ते गुरु रामदास साहब सच्चे पातशाही दे जीवन दे विच अथाह निमरता। इन्हां चारां गुणां तो बाद पंजवां जो गुण जिन्हां नूं आपां शहीदां दे सरताज श्री गुरु अर्जन देव साहब सच्चे पातशाह जी संबोधन करदे आ ते बाणी दा बचन याद करदे आ, जपिओ जिन अर्जन देव गुरु फिर संकट जोन गर्भ न आयो। भट्ट साहिबान कहंदे जिन्हां ने गुरु अर्जन देव साहब जी का नाम जपिया उन्हां दे जीवन दे विच जिन्ने भी कष्ट ने उन्हां दे जीवन दे विच जो जन्म मरण दा घेर पिया रहिंदा है वो कदे भी नहीं आउंदा जिन्हां ने मन करके श्री गुरु अर्जन देव साहब सच्चे पातशाही का नाम जपिया। सतगुरु सच्चे पातशाह जी ने जिन्हां दे कोलों सेवा लैनी है, क्योंकि सतगुरु जी कहंदे सेवक कहो सेवा बन आई, हुक्म बूझ परम पद पाई। भाई गुरदास जी दे होर चार गुरसिखां नूं इह सेवा दे लई रामसर सरोवर दे कंढे दे उपर पावन बाणी लिखण दे लई सतगुरु जी ने 30 रागां दे विच इह बाणी नूं लिखवाया। ਅਤੇ ਇਤਿਹਾਸਕ ਵਚਨ ਨੇ, क्योंकि जिन्ना क समा है इस संबंध दे विच आपां जिन्नी मर्जी विचार करी जाइए ਉਹ ਸਮਾਂ ਬਿਲਕੁਲ ਥੋੜਾ ਜਾਪੇਗਾ, ਪਰ ਸਮੇਂ ਦੇ ਵਿੱਚ ਰਹਿੰਦੇ ਆ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਇਹ ਸਮਾਗਮ ਨੇ ਉਹ ਬੇਨਤੀਆਂ ਜ਼ਰੂਰ ਕਰਨੀਆਂ ਨੇ। ਸਤਿਗੁਰੂ ਜੀ ਨੇ ਰਾਮਸਰ ਸਰੋਵਰ ਦੇ ਕੰਢੇ ਦੇ ਉੱਪਰ ਭਾਈ ਗੁਰਦਾਸ ਜੀ ਨੂੰ ਲਿਖਾਰੀ ਥਾਪਿਆ ਤੇ ਜਦੋਂ ਸੰਪੂਰਨ ਗ੍ਰੰਥ ਤਿਆਰ ਹੋਇਆ ਤੇ ਸਭ ਤੋਂ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਤੇ ਬਾਬਾ ਬੁੱਢਾ ਜੀ ਨੂੰ ਇਹ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸੇਵਾ ਸੰਭਾਲੀ ਹੈ ਤੇ ਹੁਣ ਵੀ ਕਿਰਪਾ ਕਰੋ ਇਸ ਪਾਵਨ ਬਾਣੀ ਦੀ ਜੋ ਸੇਵਾ ਸੰਭਾਲ ਹੈ ਆਪ ਜੀ ਨੂੰ ਸੌਂਪੀ ਜਾਂਦੀ ਹੈ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਸਤ ਬਚਨ ਆ ਕੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪ੍ਰਕਾਸ਼ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਕਰਨ ਦੇ ਲਈ ਜਦੋਂ ਸਭ ਤਿਆਰੀਆਂ ਹੋ ਗਈਆਂ ਤੇ ਇਤਿਹਾਸਕ ਬਚਨ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਕਰਨਾ ਸੀ ਤੇ ਇਤਿਹਾਸਕ ਬਚਨ ਕਿ ਬੁੱਢਾ ਸਾਹਿਬ ਕੋਲੋਂ ਗ੍ਰੰਥ ਲੇਵੋ ਆਵਾਜ਼ ਸੁਣੇ ਸਭ ਪੰਥ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚੱਲਦਿਆਂ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਸਰੂਪ ਬਾਬਾ ਬੁੱਢਾ ਜੀ ਨੇ ਸਿਰ ਦੇ ਉੱਪਰ ਸਜਾਇਆ।
ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਚੌਰ ਸਭ ਕਰ ਰਹੇ ਨੇ, ਪੀੜਾ ਸਭ ਤਿਆਰ ਹੈ ਤੇ ਪ੍ਰਕਾਸ਼ ਕੀਤਾ ਗਿਆ। ਸਤਿਗੁਰੂ ਜੀ ਨੇ ਹੁਕਮ ਕੀਤਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਵੋ ਆਵਾਜ਼, ਸੁਣੇ ਸਭ ਪੰਥ। ਸਤਿਗੁਰੂ ਜੀ ਦਾ ਹੁਕਮ ਪ੍ਰਾਪਤ ਕਰਕੇ ਅਦਬ ਸਹਿਤ ਗ੍ਰੰਥ ਸੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਸਤਿਗੁਰੂ ਜੀ ਦਾ ਹੁਕਮ ਲੈ ਕੇ ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚੋਂ ਆਵਾਜ਼ ਭਾਵ ਜਿਵੇਂ ਅੱਜ ਵੀ ਆਪਾਂ ਜਦੋਂ ਪ੍ਰਕਾਸ਼ ਕਰਦੇ ਆ ਤੇ ਹੁਕਮ ਲੈਂਦੇ ਆ, ਤੇ ਜੋ ਪਹਿਲਾ ਹੁਕਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਸੂਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਤਿਗੁਰੂ ਜੀ ਨੇ ਹੁਕਮ ਬਖਸ਼ਿਆ ਕਿ ਜਿਹੜਾ ਵੀ ਭਾਵਨਾ ਦੇ ਨਾਲ ਗੁਰੂ ਦੀ ਸੇਵਾ ਕਰੇਗਾ ਤੇ ਗੁਰੂ ਉਸ ਸੇਵਾ ਦੇ ਵਿੱਚ ਆਪ ਸਹਾਈ ਹੋਵੇਗਾ। ਸੋ ਇਹ ਪਹਿਲੇ ਪ੍ਰਕਾਸ਼ ਦੀ ਜਿੰਨੀ ਕੋ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇ ਉਹ ਮਰਿਆਦਾ ਅੱਜ ਤੱਕ ਕਾਇਮ ਹੈ। ਪਹਿਲਾ ਪ੍ਰਕਾਸ਼ ਇਸ ਕਰਕੇ ਆਖਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਦੂਜਾ ਪ੍ਰਕਾਸ਼ ਵੀ ਹੋਇਆ ਸੀ। ਪਹਿਲਾ ਪ੍ਰਕਾਸ਼ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਰਵਾਇਆ ਤੇ ਦੂਸਰਾ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਰਵਾਇਆ ਜਦੋਂ ਸਤਿਗੁਰੂ ਦਮਦਮਾ ਸਾਹਿਬ ਜੀ ਦੀ ਧਰਤੀ ਦੇ ਉੱਪਰ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਇਹ ਰੱਬੀ ਬਾਣੀ ਕਰਤਾਰਪੁਰ ਜੋ ਜਲੰਧਰ ਦੇ ਕੋਲ ਹੈ ਉਹ ਤੋਂ ਲੈਣ ਦੇ ਲਈ ਭੇਜਿਆ ਤੇ ਉਤੋਂ ਜਵਾਬ ਮਿਲਿਆ ਸੀ ਕਿ ਜੇ ਗੁਰੂ ਆਪ ਪ੍ਰਤੱਖ ਨੇ ਤੇ ਫਿਰ ਬਾਣੀ ਖੁਦ ਉਚਾਰ ਲੈਣ। ਤੇ ਉਸ ਸਮੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਜੀ ਕੋਲੋਂ ਇਹ ਸੇਵਾ ਕਰਵਾਈ ਤੇ ਉਦੋਂ ਦੂਸਰਾ ਗ੍ਰੰਥ ਲਿਖਵਾਇਆ ਗਿਆ। ਬਾਣੀ ਉਦੋਂ ਸੀ ਪਹਿਲਾਂ 30 ਰਾਗਾਂ ਦੇ ਵਿੱਚ ਸੀ ਤੇ ਉਸ ਤੋਂ ਬਾਅਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਦਰਜ ਕੀਤੀ ਜੋ ਜੈਜਾਵੰਤੀ ਰਾਗ ਦੇ ਵਿੱਚ ਹੈ ਤੇ ਉਹ 31 ਰਾਗਾਂ ਦਾ ਜੋ ਪਾਵਨ ਸਰੂਪ ਅੱਜ ਆਪਾਂ ਦਰਸ਼ਨ ਦੀਦਾਰ ਕਰਦੇ ਹਾਂ। ਜਿੱਥੇ ਆਪਾਂ ਇਹ ਦਿਹਾੜੇ ਮਨਾਉਂਦੇ ਆ ਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਪਹਿਲੇ 5 ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਦੀ ਬਾਣੀ ਹੈ, 11 ਭੱਟਾਂ ਦੀ ਬਾਣੀ ਹੈ, 3 ਗੁਰਸਿੱਖਾਂ ਦੀ ਬਾਣੀ ਹੈ ਤੇ 31 ਰਾਗਾਂ ਦੇ ਵਿੱਚ 1430 ਪੰਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੱਚ ਦੀ ਆਵਾਜ਼ ਦਿੰਦੇ ਨੇ। ਤੇ ਮਹਾਂਪੁਰਖਾਂ ਦੀ ਗੱਲ ਕਰੀਏ, ਜਦੋਂ ਉੱਚੀਆਂ ਪਦਵੀਆਂ ਨੂੰ ਪ੍ਰਾਪਤ ਕਰਨਾ ਹੋਵੇ ਤੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਇੱਕੋ ਹੀ ਵਚਨ ਕਰਿਆ ਕਰਦੇ ਸਨ ਕਿ ਜਿਨ੍ਹਾਂ ਨੇ ਜੀਵਨ ਦੇ ਵਿੱਚ ਕੋਈ ਕਮਾਈ ਤੇ ਕੋਈ ਉੱਚੀ ਪ੍ਰਾਪਤੀ ਕਰਨੀ ਹੈ ਉਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚੋਂ ਕੀਤੀ ਜਾ ਸਕਦੀ ਹੈ। ਕਿਉਂਕਿ ਆਪਾਂ ਦੁਨਿਆਵੀ ਮਨੁੱਖਾਂ ਤੇ ਹਰੇਕ ਕਾਰਜ ਦੇ ਵਿੱਚੋਂ ਆਪਾਂ ਨੂੰ ਕੁਝ ਨਾ ਕੁਝ ਲਾਭ ਜ਼ਰੂਰ ਚਾਹੀਦਾ ਹੈ, ਭਾਵੇਂ ਉਹ ਪਰਮਾਤਮਾ ਦਾ ਰਾਸਤਾ ਹੈ ਭਾਵੇਂ ਦੁਨਿਆਵੀ ਰਾਸਤਾ ਹੈ, ਉਸ ਦੇ ਵਿੱਚੋਂ ਕੁਝ ਨਾ ਕੁਝ ਫਾਇਦਾ ਆਪਾਂ ਨੂੰ ਜ਼ਰੂਰ ਹੋਣਾ ਚਾਹੀਦਾ ਹੈ ਤੇ ਫਿਰ ਹੀ ਆਪਾਂ ਉਸ ਰਾਸਤੇ ਦੇ ਉੱਪਰ ਚੱਲਦੇ ਹਾਂ। ਤੇ ਬਾਬਾ ਜੀ ਇਹ ਵਚਨ ਕਿਹਾ ਕਰਦੇ ਸਨ ਕਿ ਜੀਵਨ ਦੇ ਵਿੱਚ ਜੇ ਉੱਚੀ ਤੋਂ ਉੱਚੀ ਪਦਵੀ ਨੂੰ ਪ੍ਰਾਪਤ ਕਰਨਾ ਤੇ ਉਨਾ ਹੀ ਜੀਵਨ ਦੇ ਵਿੱਚ ਨਿਤਨੇਮ ਜ਼ਰੂਰ ਹੋਣਾ ਚਾਹੀਦਾ ਹੈ। ਜੇ ਨਿਤਨੇਮ ਹੈ ਜਿੰਨਾ ਵੱਧ ਹੋਵੇਗਾ ਉਨੀ ਹੀ ਦੁਨੀਆ ਦੇ ਵਿੱਚ ਵਡਿਆਈ ਤੇ ਪ੍ਰਾਪਤੀ ਹੋਵੇਗੀ। ਜਿੱਥੇ ਆਪਾਂ ਦਿਹਾੜੇ ਮਨਾਉਂਦੇ ਆ ਤੇ ਉੱਥੇ ਮਹਾਂਪੁਰਖਾਂ ਦੇ ਵਚਨ ਵੀ ਆਪਾਂ ਨੂੰ ਚੇਤੇ ਹੋਣੇ ਚਾਹੀਦੇ ਨੇ। ਤੇ ਜਿੱਥੇ ਉਹਨਾਂ ਆਖਿਆ ਕਿ ਜੀਵਨ ਦੇ ਵਿੱਚ ਕਮਾਈ ਤੇ ਪ੍ਰਾਪਤੀ ਦੇ ਲਈ ਨਿਤਨੇਮ ਜੀਵਨ ਦੇ ਵਿੱਚ ਅਤ ਜ਼ਰੂਰੀ ਹੈ ਤੇ 3 ਵਚਨ ਉਹ ਜੀਵਨ ਦੇ ਵਿੱਚ ਆਖਿਆ ਕਰਦੇ ਸਨ, ਸਪਾਈ ਸਚਾਈ ਤੇ ਜੀਵਨ ਦੇ ਵਿੱਚ ਇਹਨਾਂ ਨੂੰ ਵੀ ਆਪਾਂ ਨਾਲ ਨਾਲ ਲੈ ਕੇ ਚੱਲਣਾ ਹੈ। ਅਕਸਰ ਸਿਆਣੇ ਕਹਿੰਦੇ ਨੇ ਕਿ ਜਿੱਥੇ ਪਵਿੱਤਰਤਾ ਹੋਵੇ ਉੱਥੇ ਹੀ ਪਰਮਾਤਮਾ ਦਾ ਵਾਸਾ ਹੋਇਆ ਕਰਦਾ ਹੈ।
ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਉਪਦੇਸ਼ ਸੰਤਾਂ ਦੇ ਵਿੱਚ ਬਾਬਾ ਆਨੰਦ ਸਿੰਘ ਜੀ ਆਪਣੀ ਬਚਨਾਂ ਦੁਆਰਾ ਕਰਿਆ ਕਰਦੇ ਸਨ ਕਿ ਭਾਈ ਜੀਵਨ ਦੇ ਵਿੱਚ ਧਿਆਨ ਰੱਖੋ, ਕਿਸੇ ਦੀ ਨਿੰਦਿਆ ਨਾ ਕਰੋ। ਕਿਉਂਕਿ ਜਦੋਂ ਇੱਕ ਮਜ਼ਦੂਰ ਅੰਮ੍ਰਿਤ ਵੇਲੇ ਦਿਹਾੜੀ ਦੇ ਲਈ ਜਾਂਦਾ ਹੈ, ਸਾਰਾ ਦਿਨ ਮਜ਼ਦੂਰੀ ਕਰਦਾ ਹੈ, ਤੇ ਬਾਬਾ ਜੀ ਇਹ ਬਚਨ ਸਾਂਝਾ ਕਰਿਆ ਕਰਦੇ ਸਨ। ਸਾਰਾ ਦਿਨ 8 ਘੰਟੇ ਉਸਨੇ ਦਿਹਾੜੀ ਕੀਤੀ, ਤੇ ਜਦੋਂ ਵਾਪਸ ਘਰ ਨੂੰ ਪਰਤਦਾ ਹੈ, ਜੇਕਰ ਰਾਸਤੇ ਦੇ ਵਿੱਚ ਉਸ ਦੀ ਜੇਬ ਕੱਟ ਲਈ ਗਈ ਹੋਵੇ ਤਾਂ ਕੀ ਹੋਵੇਗਾ? ਉਸ ਦੇ ਸਾਰਾ ਦਿਨ ਦੀ ਜੋ ਮਿਹਨਤ ਮਜ਼ਦੂਰੀ ਸੀ ਉਹ ਚਲੀ ਜਾਵੇਗੀ। ਭਾਵ ਕਿ ਆਪਾਂ ਹਰ ਰੋਜ਼ ਬਾਣੀ ਪੜ੍ਹਦੇ ਆ, ਸੇਵਾ ਸਿਮਰਨ ਕਰਦੇ ਆ, ਸੰਗਤ ਕਰਦੇ ਆ, ਪਰ ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਜੇ ਆਪਾਂ ਕਿਸੇ ਦੀ ਨਿੰਦਿਆ ਕਰ ਲਈ ਤਾਂ ਫਿਰ ਆਪਣਾ ਗਾਵਿਆ ਸੁਣਿਆ ਪਰਿਆ ਪ੍ਰਵਾਨ ਨਹੀਂ ਹੋਵੇਗਾ। ਕਿਉਂਕਿ ਉਹਨਾਂ ਨੇ ਬਾਣੀ ਦੇ ਵਿੱਚ ਉਹ ਉਪਦੇਸ਼ ਪੜ੍ਹਿਆ ਕਿ ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੂੰਹ ਕਾਰੇ ਤਿਨਾ ਨਿੰਦਕਾ, ਨਰਕੇ ਘੋਰ ਪਵਨ। ਇਹ ਉਪਦੇਸ਼ ਬਾਬਾ ਆਨੰਦ ਸਿੰਘ ਜੀ ਸੰਗਤਾਂ ਨੂੰ ਕਰਿਆ ਕਰਦੇ ਸਨ। ਇੱਕ ਬਚਪਨ ਦੀ ਘਟਨਾ ਕਹਿ ਕੇ ਮੈਂ ਸਮਾਪਤੀ ਕਰ ਦੇਣੀ ਆ, ਕਿਉਂਕਿ ਜਿੱਥੇ ਆਪਾਂ ਸਮਾਗਮ ਕਰ ਰਹੇ ਹਾਂ ਉੱਥੇ ਆਪਾਂ ਸਿੱਖਿਆ ਵੀ ਜ਼ਰੂਰ ਲੈ ਕੇ ਜਾਣੀ ਹੈ। ਜਦੋਂ ਬਚਪਨ ਦੇ ਵਿੱਚ ਬਾਬਾ ਜੀ ਬੰਦਗੀ ਕਰਦੇ ਨੇ, ਖੂਹ ਦੇ ਕਿਨਾਰੇ ਦੇ ਉੱਪਰ ਬਹਿ ਕੇ, ਤੇ ਕਿਸੇ ਸਿਆਣੇ ਮਨੁੱਖ ਨੇ ਕਿਹਾ ਕਿ ਭਾਈ ਖੂਹ ਦੇ ਕਿਨਾਰੇ ਦੇ ਉੱਪਰ ਬੈਠ ਕੇ ਤੁਸੀਂ ਬੰਦਗੀ ਕਰ ਰਹੇ ਹੋ, ਅੱਖਾਂ ਮੀਚ ਕੇ ਬੈਠੇ ਹੋ, ਜੇਕਰ ਕਿਤੇ ਤੁਹਾਡੀ ਅੱਖ ਲੱਗ ਪਈ ਤੇ ਖੂਹ ਦੇ ਵਿੱਚ ਤੁਸੀਂ ਡਿੱਗ ਜਾਓਗੇ। ਤੇ ਉੱਥੇ ਬੜਾ ਹੀ ਪਿਆਰਾ ਬਚਨ ਬਾਬਾ ਜੀ ਨੇ ਆਖਿਆ ਕਿ ਜੇਕਰ ਗੁਰੂ ਨਾਨਕ ਦਾ ਨਾਮ ਜਪਦਿਆਂ ਜਪਦਿਆਂ ਆਲਸ ਆ ਗਈ, ਨੀਂਦ ਆ ਗਈ, ਤਾਂ ਉਹਨਾਂ ਆਖਿਆ ਕਿ ਇਸ ਤੋਂ ਚੰਗਾ ਹੈ ਕਿ ਖੂਹ ਦੇ ਵਿੱਚ ਡੱਗ ਜਾਣਾ। ਭਾਵ ਜਦੋਂ ਬੰਦਗੀ ਕਰਨੀ ਹੈ ਤੇ ਉਦੋਂ ਸੁਚੇਤ ਹੋ ਕੇ ਕਰਨੀ ਹੈ। ਸੋ ਇਹ ਜੋ ਮਾਰਗ ਹੈ, ਸਤਿਗੁਰੂ ਜੀ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਬੋਰੀ, ਕੋ ਵਡਭਾਗੀ ਪਾਏ। ਸੋ ਜਿੱਥੇ ਇਹ ਆਪਾਂ ਉਪਦੇਸ਼ ਲੈਣਾ ਹੈ ਤੇ ਕਬੀਰ ਸਾਹਿਬ ਜੀ ਦਾ ਵਚਨ ਹੈ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਫਿਰ ਰਾਮ ਜੋ ਦਾਤਾ ਮੁਕਤ ਪੋ, ਸੰਤ ਜਪਾਵੇ ਨਾਮ। ਜਿੱਥੇ ਆਪਾਂ ਜਾਗਾਂ ਮਨਾ ਰਹੇ ਆ ਤੇ ਉਹਨਾਂ ਦੀ ਗੱਲ ਵੀ ਜ਼ਰੂਰ ਮੰਨੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਸੁਣਿਆ, ਮੰਨਿਆ, ਮਨ ਕੀਤਾ ਭਾਉ। ਸੋ ਇੰਨੀਆਂ ਕੋ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਬਾਬਾ ਗੁਰਜੀਤ ਸਿੰਘ ਜੀ ਨਾਨਕਸਰ ਅਤੇ ਇਸ ਸਥਾਨ ਦੇ ਮੁੱਖ ਸੇਵਾਦਾਰ ਭਾਈ ਲਖਵੀਰ ਸਿੰਘ ਜੀ, ਜਿਨ੍ਹਾਂ ਨੇ ਸਮਾਂ ਬਖਸ਼ਿਆ ਕਰਨ ਦਾ। ਸੋ ਸਾਰੀਆਂ ਹੀ ਸੰਗਤਾਂ ਦਾ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਹੁਤ ਕੋਰ ਧੰਨਵਾਦ। ਸਤਿਗੁਰੂ ਜੀ ਦੇ ਕੋਲੋਂ ਕਿ ਕੋਈ ਦਾਤ ਮੰਗਿਆ ਕਰੀਏ ਕਿ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਵੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਸੱਚੇ ਪਾਤਸ਼ਾਹ ਜੀ ਦੇ ਗੁਣ, ਅੰਮ੍ਰਿਤ ਵੇਲਾ ਨਿਤਨੇਮ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਸਤਿਗੁਰੂ ਜੀ ਕਿਰਪਾ ਕਰਕੇ ਆਪਣੀ ਝੋਲੀ ਦੇ ਵਿੱਚ ਪਾ ਦੇਣ, ਤਾਂ ਜੋ ਆਪਣਾ ਆਇਆ ਹੋਇਆ ਤੇ ਜੀਵਨ ਦੋਖ ਸੁਖੀਏ ਪਰਦੋਖ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ ਦੀਆਂ ਬ੍ਰਹਮ ਦਾ ਸਤਿਗੁਰ ਜੀ ਸਭਨਾ ਉੱਪਰ ਕਰਨ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।